ਸਤਿ ਸ਼੍ਰੀ ਅਕਾਲ। PNCN ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਖਬਰਾਂ ਦੇ ਆਸਤੇ ਬੁਲੇਟਿਨ ਵਿੱਚ ਸਵਾਗਤ ਹੈ। ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਇਮੀਗ੍ਰੇਸ਼ਨ ਵਿਭਾਗ ਵੱਲੋਂ PR ਦੇ ਲਈ ਅੱਜ ਜੋ ਖੋਲੇ ਗਏ ਨੇ ਪ੍ਰੋਗਰਾਮ, ਕੁਝ ਦੇਰ ਪਹਿਲਾਂ ਦੇ ਤਾਜ਼ੇ ਅੰਕੜੇ ਦੱਸਾਂਗੇ ਕਿ ਕਿੰਨੀਆਂ ਲੱਗ ਚੁੱਕੀਆਂ ਨੇ 90,000 ਦੇ ਵਿੱਚੋਂ PR ਦੀਆਂ ਫਾਈਲਾਂ। ਸਸਕੈਚਵਨ ਵਿੱਚ PNP ਤਹਿਤ ਅੱਜ ਕੱਢਿਆ ਗਿਆ ਤਾਜ਼ਾ ਡਰਾਅ, ਦੱਸਾਂਗੇ ਕਿੰਨਿਆਂ ਨੂੰ ਗਏ ਇਨਵੀਟੇਸ਼ਨ। BC ਤੋਂ ਸਿਹਤ ਅਧਿਕਾਰੀ ਨੇ ਸਰੀ ਨਿਵਾਸੀਆਂ ਨੂੰ ਟੀਕੇ ਲਗਵਾਉਣ ਦੇ ਲਈ ਰਜਿਸਟਰ ਕਰਨ ਦੇ ਵਾਸਤੇ ਕੀਤਾ ਉਤਸ਼ਾਹਤ, ਦੱਸਾਂਗੇ ਇਸੇ ਵਾਸਤੇ ਕੀ ਕੁਝ ਕਿਹਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰਮਦਾਨ ਮੌਕੇ ਇਫਤਾਰ 'ਚ ਲਿਆ ਹਿੱਸਾ, ਸੁਣਾਵਾਂਗੇ ਉਹਨਾਂ ਨੇ ਕੀ ਕੁਝ ਕਿਹਾ। ਸਰੀ ਵਿੱਚ 20 ਸਾਲਾ ਲੜਕੀ ਦੇ ਕਤਲ ਮਾਮਲੇ ਵਿੱਚ 24 ਸਾਲਾ ਨੌਜਵਾਨ ਤੇ ਮਾਮਲੇ ਦਰਜ, ਪੁਲਿਸ ਨੇ ਦੱਸੀ ਨੌਜਵਾਨ ਦੇ ਲੜਕੀ ਦੀ ਪਛਾਣ। ਕੈਲਗਰੀ ਵਿੱਚ ਇੱਕ ਥਾਂ ਤੇ ਗੋਲੀਆਂ ਚੱਲਣ ਦਾ ਮਾਮਲਾ, ਤਾਂ ਕੈਲਗਰੀ ਦੇ ਪੂਰਬ ਵੱਲ ਲੱਗੀ ਅੱਗ ਦੇ ਬਾਰੇ ਦੇਵਾਂਗੇ ਜਾਣਕਾਰੀ। ਇਸ ਦੇ ਨਾਲ ਹੀ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਜੋ ਅੱਜ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਨਵੀਆਂ ਸਟਰੀਮਸ ਜਾਰੀ ਕੀਤੀਆਂ ਗਈਆਂ ਨੇ, ਜਿਸ ਦੇ ਵਿੱਚ ਫਾਈਲਾਂ ਲਗਾਉਣ ਦੇ ਵਾਸਤੇ PR ਦੇ ਵਾਸਤੇ ਮੌਕਾ ਦਿੱਤਾ ਗਿਆ 90,000 ਵਿਅਕਤੀਆਂ ਨੂੰ, ਤਾਂ ਤੇ ਨਾਲ ਹੀ ਜਿਹੜੇ ਕਿ ਫ੍ਰੈਂਚ ਵੀ ਬੋਲ ਲੈਂਦੇ ਨੇ ਉਸ ਦੇ ਵਿੱਚ ਕੋਈ ਵੀ ਸੀਮਾ ਨਹੀਂ ਹੈ, ਉਹ ਫਾਈਲਾਂ ਲਗਾ ਸਕਦੇ ਨੇ। 5 ਨਵੰਬਰ ਤੱਕ ਇਹ ਪ੍ਰੋਗਰਾਮ ਜਾਰੀ ਰਹੇਗਾ। ਉਸ ਤੋਂ ਪਹਿਲਾਂ ਜਦੋਂ ਤੱਕ ਇਹ ਟੀਚਾ ਪੂਰਾ ਹੋ ਜਾਂਦਾ ਹੈ, ਜਿਹੜੇ 90,000 ਫਾਈਲਾਂ ਲੱਗਣੀਆਂ ਨੇ, ਉਦੋਂ ਹੀ ਪ੍ਰੋਗਰਾਮ ਬੰਦ ਹੋ ਜਾਵੇਗਾ। ਜਦੋਂ ਇਹ ਪ੍ਰੋਗਰਾਮ ਅੱਜ ਜਾਰੀ ਹੋਣਾ ਸੀ, ਉਸ ਤੋਂ ਪਹਿਲਾਂ ਤੱਕ ਕਿਆਸ ਲਗਾਏ ਜਾ ਰਹੇ ਸਨ ਕਿ ਕੁਝ ਹੀ ਮਿੰਟ ਦੇ ਵਿੱਚ ਜੋ ਫਾਈਲਾਂ ਦੀ ਗਿਣਤੀ ਉਹ ਪੂਰੀ ਹੋ ਜਾਵੇਗੀ ਤੇ ਪ੍ਰੋਗਰਾਮ ਬੰਦ ਹੋ ਜਾਵੇਗਾ। ਪਰ ਉਸ ਦੇ ਵਿੱਚ ਸਭ ਤੋਂ ਜ਼ਿਆਦਾ ਦਿੱਕਤ ਹੈ ਜਿਹੜੀ ਇਸ ਸਮੇਂ ਸਾਹਮਣਾ ਕਰਨਾ ਪਿਆ ਫਾਈਲਾਂ ਲਗਾਉਣ ਵਾਲਿਆਂ ਨੂੰ, ਉਹ ਇਹ ਸੀ ਕਿ ਫੀਸ ਭਰਵਾਉਣ ਨੂੰ ਲੈ ਕੇ ਬਹੁਤ ਸਾਰੀਆਂ ਸ਼ਿਕਾਇਤਾਂ ਆਈਆਂ ਤੇ ਇਮੀਗ੍ਰੇਸ਼ਨ ਵਿਭਾਗ ਨੇ ਵੀ ਆਪਣੀ ਵੈਬਸਾਈਟ ਦੇ ਉੱਤੇ ਕਿਹਾ ਕਿ ਫੀਸ ਭਰਵਾਉਣ ਨੂੰ ਲੈ ਕੇ ਦਿੱਕਤ ਆ ਰਹੀ ਹੈ, ਕਿਉਂਕਿ ਇੰਨੇ ਜਣੇ ਇਕੱਠੇ ਫੀਸ ਭਰਵਾ ਰਹੇ ਸਨ, ਜਿਸ ਦੇ ਕਰਕੇ ਜੋ ਸਿਸਟਮ ਦੇ ਵਿੱਚ ਤਕਨੀਕੀ ਖਰਾਬੀ ਆ ਗਈ ਸੀ, ਜਿਸ ਤੋਂ ਬਾਅਦ ਫੀਸਾਂ ਨਹੀਂ ਸੀ ਭਰਵਾਈਆਂ ਜਾ ਰਹੀਆਂ, ਜਿਸ ਦੇ ਕਰਕੇ ਕਈਆਂ ਦੀਆਂ ਫਾਈਲਾਂ ਦੇ ਵਿੱਚ ਦੇਰੀ ਹੋਈ। ਇਹੋ ਕਾਰਨ ਮੰਨਿਆ ਜਾ ਰਿਹਾ ਸੀ ਕਿ ਪਹਿਲਾਂ ਹੀ ਇਮੀਗ੍ਰੇਸ਼ਨ ਵਿਭਾਗ ਨੇ ਕਹਿ ਦਿੱਤਾ ਸੀ ਕਿ ਆਪਣੀ ਫੀਸ ਭਰਵਾ ਦਿੱਤੀ ਜਾਵੇ, ਤੇ ਉਸ ਤੋਂ ਬਾਅਦ ਜਿਹੜੀਆਂ ਕਈਆਂ ਦੇ ਵੱਲੋਂ ਜਿਹੜੇ ਡਾਕੂਮੈਂਟ ਨੇ ਉਹ ਸਮੇਂ ਸਿਰ ਪੂਰੇ ਨਹੀਂ ਉਹਨਾਂ ਦੇ ਹੋ ਪਾਏ, ਕਿਉਂਕਿ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਬਹੁਤ ਘੱਟ ਸਮਾਂ ਦਿੱਤਾ ਗਿਆ ਜਦੋਂ ਉਹਨਾਂ ਨੇ ਜਾਣਕਾਰੀ ਦਿੱਤੀ ਤੇ ਯੋਗਤਾ ਤੇ ਨਾਲ ਹੀ ਕਿਹੜੇ ਕਾਗਜ਼ਾਂ ਦੀ ਲੋੜ ਹੈ ਉਸ ਦੇ ਬਾਰੇ ਦੱਸਿਆ। ਜਦੋਂ ਤੱਕ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਉਦੋਂ ਤੱਕ ਬਹੁਤ ਸਾਰੇ ਲੋਕਾਂ ਦੇ ਜਿਹੜੇ ਡਾਕੂਮੈਂਟ ਸਨ ਪੂਰੇ ਨਹੀਂ ਹੋ ਸਕੇ ਸਨ, ਜਿਸ ਦੇ ਕਰਕੇ ਫਾਈਲਾਂ ਲੱਗਣ 'ਚ ਦੇਰੀ ਹੋ ਗਈ। ਤੇ ਜੋ ਇਸ ਸਮੇਂ ਤੱਕ ਦੇ ਤਾਜ਼ਾ ਅੰਕੜੇ ਨੇ ਉਸ ਦੇ ਵਿੱਚ ਇਮੀਗ੍ਰੇਸ਼ਨ ਵਿਭਾਗ ਨੇ ਜਦੋਂ ਜਾਣਕਾਰੀ ਦਿੱਤੀ ਹੈ, ਤਾਂ ਜਿਹੜੇ ਕਿ ਇੰਟਰਨੈਸ਼ਨਲ ਗ੍ਰੈਜੂਏਟ ਨੇ, ਜਿਵੇਂ ਕਿ ਉਹਨਾਂ ਦੇ ਵਾਸਤੇ 40,000 ਤੱਕ ਟੀਚਾ ਰੱਖਿਆ ਗਿਆ ਹੈ, ਤਾਂ ਉਹਨਾਂ ਦੀਆਂ ਫਾਈਲਾਂ ਦੀ ਜੋ ਗਿਣਤੀ ਹੈ ਉਹ ਹੁਣ ਤੱਕ 32,000 ਤੱਕ ਜਿਹੜੀਆਂ ਫਾਈਲਾਂ ਨੇ ਉਹ ਲੱਗ ਚੁੱਕੀਆਂ ਨੇ, ਉਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਤੇ ਇਸ ਦੇ ਨਾਲ ਹੀ ਜਿਨ੍ਹਾਂ ਦੇ ਜਿਹੜੇ ਜ਼ਰੂਰੀ ਕੰਮ ਨੇ, ਜਿਵੇਂ ਕਿ ਉਹਨਾਂ ਦੀਆਂ 30,000 ਫਾਈਲਾਂ ਲੱਗਣੀਆਂ ਸਨ PR ਦੇ ਵਾਸਤੇ, ਉਸ ਦੇ ਵਿੱਚ 3700 ਦੇ ਕਰੀਬ ਫਾਈਲਾਂ ਲੱਗ ਚੁੱਕੀਆਂ ਨੇ। ਤੇ ਜਿਹੜੇ ਸਿਹਤ ਕਾਮੇ ਨੇ ਉਹਨਾਂ ਦੀਆਂ PR ਦੇ ਵਾਸਤੇ ਫਾਈਲਾਂ ਲੱਗਣੀਆਂ ਸੀ, ਉਸ ਦੇ ਵਿੱਚ 20,000 ਨੂੰ ਮੌਕਾ ਦਿੱਤਾ ਜਾ ਰਿਹਾ ਹੈ, ਤਾਂ ਉਸ ਦੇ ਵਿੱਚ 500 ਦੇ ਕਰੀਬ ਨੇ ਉਹਨਾਂ ਦੀਆਂ ਫਾਈਲਾਂ ਲੱਗ ਚੁੱਕੀਆਂ ਨੇ। ਹਜੇ ਵੀ ਕਾਫੀ ਗਿਣਤੀ ਦੇ ਵਿੱਚ ਫਾਈਲਾਂ ਲੱਗਣ ਦੇ ਵਿੱਚ ਜੋ ਅੱਗੇ ਜਿਹੜੀ ਗਿਣਤੀ ਪਈ ਹੈ, ਤਾਂ ਫਾਈਲਾਂ PR ਦੇ ਵਾਸਤੇ ਹਜੇ ਵੀ ਅਪਲਾਈ ਕੀਤਾ ਜਾ ਸਕਦੀਆਂ ਨੇ। ਇਸ ਵਿੱਚ ਮੰਨਿਆ ਜਾ ਰਿਹਾ ਹੈ ਕਿ ਜਿਹੜੇ ਇੰਟਰਨੈਸ਼ਨਲ ਗ੍ਰੈਜੂਏਟਸ ਦੇ ਵਾਸਤੇ ਹੈ, ਉਸ ਦੀ ਫਾਈਲਾਂ ਦੀ ਜਿਹੜੀ ਗਿਣਤੀ ਹੈ ਉਹ ਛੇਤੀ ਹੀ ਪੂਰੀ ਹੋ ਜਾਵੇਗੀ, ਤੇ ਜਿਹੜੀਆਂ ਜ਼ਰੂਰੀ ਕਾਮਿਆਂ ਦੀਆਂ ਤੇ ਨਾਲ ਹੀ ਦੂਸਰੇ ਸਿਹਤ ਕਾਮੇ ਨੇ ਉਹਨਾਂ ਦੀਆਂ ਫਾਈਲਾਂ ਦੇ ਵਿੱਚ ਜਿਹੜੀ ਗਿਣਤੀ ਹੈ ਹਜੇ ਕਾਫੀ ਪਈ ਹੈ, ਤੇ ਉਹਨਾਂ ਦੇ ਵਾਸਤੇ ਮੌਕਾ ਜ਼ਿਆਦਾ ਹੈ ਕਿ ਉਹ ਹੋਰ ਗਿਣਤੀ ਦੇ ਵਿੱਚ ਫਾਈਲਾਂ ਜਿਹੜੀਆਂ ਲਗਾ ਸਕਦੇ ਨੇ। ਤੇ ਇਸ ਬਾਰੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਮੇਂ-ਸਮੇਂ ਦੇ ਉੱਤੇ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਕਿੰਨੀਆਂ ਫਾਈਲਾਂ ਜਮ੍ਹਾਂ ਕਰਵਾਈਆਂ ਜਾ ਚੁੱਕੀਆਂ ਨੇ। ਤਾਂ ਅਗਲੀ ਖਬਰ ਹੈ ਕਿ ਸਸਕੈਚਵਨ ਤੋਂ ਇਮੀਗ੍ਰੇਸ਼ਨ ਵਿਭਾਗ ਨੇ SINP ਦੇ ਤਹਿਤ ਤਾਜ਼ਾ ਡਰਾਅ ਕੱਢਿਆ, ਉਸ ਦੇ ਬਾਰੇ ਜਾਣਕਾਰੀ ਦੇਵਾਂਗੇ। ਸਸਕੈਚਵਨ ਦੇ ਇਮੀਗ੍ਰੇਸ਼ਨ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ PNP ਦੇ ਤਹਿਤ ਡਰਾਅ ਕੱਢਿਆ 6 ਮਈ ਨੂੰ, ਜਿਸ ਤੋਂ ਬਾਅਦ 259 ਕੈਂਡੀਡੇਟਸ ਨੂੰ ਇਨਵੀਟੇਸ਼ਨ ਭੇਜੇ ਗਏ ਨੇ, ਜਿਸ ਦੇ ਵਿੱਚ ਜੋ ਜਾਣਕਾਰੀ ਸਾਹਮਣੇ ਆਈ ਹੈ SINP ਯਾਨੀ ਕਿ ਸਸਕੈਚਵਨ ਇਮੀਗ੍ਰੈਂਟ ਨੋਮਨੀ ਪ੍ਰੋਗਰਾਮ ਦੇ ਤਹਿਤ ਇੰਟਰਨੈਸ਼ਨਲ ਸਕਿਲਡ ਵਰਕਰ ਕੈਟੇਗਰੀ ਦੇ ਅਧੀਨ ਵਿਅਕਤੀਆਂ ਨੂੰ ਬੁਲਾਇਆ ਗਿਆ ਹੈ, ਜਿਸ ਦੇ ਵਿੱਚ 136 ਉਹ ਹੋ ਸਕਦੇ ਨੇ ਜੋ ਕਿ ਐਕਸਪ੍ਰੈਸ ਐਂਟਰੀ ਸਬ ਕੈਟੇਗਰੀ, ਤੇ 123 ਉਹ ਹੋ ਸਕਦੇ ਨੇ ਜਿਹੜੇ ਕਿ ਆਕੂਪੇਸ਼ਨਸ ਇਨ ਡਿਮਾਂਡ ਸਬ ਕੈਟੇਗਰੀ ਦੇ ਅਧੀਨ ਆਉਂਦੇ ਨੇ। ਇਸ ਤਰ੍ਹਾਂ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ EOI ਸਕੋਰ ਹੈ ਜੋ ਘੱਟੋ ਘੱਟ ਉਹ 70 ਤੱਕ ਗਿਆ, ਜਿਨ੍ਹਾਂ ਨੂੰ ਇਨਵੀਟੇਸ਼ਨ ਭੇਜੇ ਗਏ ਨੇ PNP ਦੇ ਵਾਸਤੇ। ਜਿਵੇਂ ਕਿ ਤੁਹਾਨੂੰ ਜਾਣਕਾਰੀ ਦਿੱਤੀ ਸੀ ਕਿ ਸਰੀ ਦੇ ਵਿੱਚ ਇੱਕ 20 ਸਾਲਾ ਲੜਕੀ ਦੇ ਗੋਲੀ ਮਾਰ ਕੇ ਉਸ ਦੀ ਹੱਤਿਆ ਕੀਤੀ ਗਈ। ਉਸ ਮਾਮਲੇ ਵਿੱਚ ਇੱਕ ਨੌਜਵਾਨ ਜੋ ਕਿ 24 ਸਾਲ ਦਾ ਹੈ, ਉਸ ਦੇ ਉੱਤੇ ਮਾਮਲੇ ਦਰਜ ਹੋ ਗਏ ਨੇ। IHIT ਨੇ ਜਾਣਕਾਰੀ ਦਿੱਤੀ ਹੈ ਕਿ ਗਿਲਫਰਡ ਖੇਤਰ ਵਿੱਚ ਸਰੀ ਦੇ ਅੰਦਰ ਜੋ ਗੋਲੀਆਂ ਚੱਲੀਆਂ ਸੀ, ਜਿਸ ਤੋਂ ਬਾਅਦ 20 ਸਾਲ ਦੇ ਕਰੀਬ ਲੜਕੀ ਦਾ ਇਸ ਤੋਂ ਬਾਅਦ ਦੇਹਾਂਤ ਵੀ ਹੋ ਗਿਆ ਸੀ ਗੋਲੀ ਲੱਗਣ ਦੇ ਕਰਕੇ। ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਵਿਅਕਤੀ ਦੇ ਉੱਤੇ ਉਹਨਾਂ ਨੇ ਮਾਮਲੇ ਦਰਜ ਕੀਤੇ ਨੇ। ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਨ੍ਹਾਂ ਨੇ ਪਛਾਣ ਕੀਤੀ ਹੈ ਕਿ 20 ਸਾਲਾ ਲੜਕੀ ਦਾ ਨਾਮ
ਕੈਰੀਨ ਐਰਸਨੌਲਟ ਸੀ, ਜਿਸ ਦੇ ਕਤਲ ਦੇ ਵਿੱਚ ਅਲੀ ਖੁदैर ਦੇ ਉੱਤੇ ਮਾਮਲੇ ਦਰਜ ਹੋਏ ਨੇ। ਇਹ ਮਾਮਲਾ 4 ਮਈ ਨੂੰ ਰਾਤੀ 9 ਵਜੇ ਦੇ ਕਰੀਬ ਦਾ, ਜਦੋਂ ਪੁਲਿਸ ਅਧਿਕਾਰੀਆਂ ਨੂੰ ਜਾਣਕਾਰੀ ਮਿਲੀ ਸੀ ਕਿ ਇੱਕ ਰਿਹਾਇਸ਼ੀ ਥਾਂ ਦੇ ਉੱਤੇ 9700 ਬਲਾਕ ਤੇ 161 ਸਟਰੀਟ ਦੇ ਉੱਤੇ ਸਰੀ ਵਿੱਚ ਗੋਲੀਆਂ ਚੱਲੀਆਂ ਨੇ, ਜਿੱਥੇ ਜਦੋਂ ਉਹ ਪਹੁੰਚੇ ਤਾਂ ਉਹਨਾਂ ਨੂੰ 20 ਸਾਲਾ ਕੈਰੀਨ ਐਰਸਨੌਲਟ ਗੋਲੀ ਲੱਗਣ ਦੇ ਕਰਕੇ ਜ਼ਖਮੀ ਹਾਲਤ ਵਿੱਚ ਮਿਲੀ, ਜਿਸ ਨੇ ਬਾਅਦ 'ਚ ਹਸਪਤਾਲ ਪਹੁੰਚ ਕੇ ਦਮ ਤੋੜ ਦਿੱਤਾ। ਇਸ ਮਾਮਲੇ ਵਿੱਚ ਅਲੀ ਖੁदैर, ਜਿਸ ਦੀ ਉਮਰ 24 ਸਾਲ ਹੈ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਦੇ ਵੱਲੋਂ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਮਈ 5 ਨੂੰ ਖੁदैर ਦੇ ਉੱਤੇ ਮਾਮਲੇ ਦਰਜ ਕੀਤੇ ਗਏ ਨੇ, ਜਿਸ ਦੇ ਉੱਤੇ ਸੈਕੰਡ ਡਿਗਰੀ ਮਰਡਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੌਰਾਨ ਪੁਲਿਸ ਨੇ ਕਿਹਾ ਕਿ ਇਸ ਜਾਂਚ ਦੇ ਵਾਸਤੇ ਜੇਕਰ ਕਿਸੇ ਦੇ ਕੋਲ ਕੋਈ ਹੋਰ ਜਾਣਕਾਰੀ ਹੋਵੇ ਤਾਂ ਆਈ ਹਿੱਟ ਦੇ ਨਾਲ 187755144448 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਤਾਂ ਉਧਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੋਵਿਡ-19 ਦੇ ਟੀਕੇ ਲਗਵਾਉਣ ਨੂੰ ਲੈ ਕੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜਿਸ ਦੇ ਵਿੱਚ ਸਰੀ ਨਿਵਾਸੀਆਂ ਨੂੰ ਖਾਸ ਤੌਰ ਦੇ ਉੱਤੇ ਇੱਥੇ ਜਾਣਕਾਰੀ ਦਿੱਤੀ ਗਈ ਹੈ ਤੇ ਰਜਿਸਟ੍ਰੇਸ਼ਨ ਕਰਵਾਉਣ ਦੇ ਵਾਸਤੇ ਸਾਰਿਆਂ ਨੂੰ ਕਿਹਾ ਜਾ ਰਿਹਾ ਹੈ ਕਿ ਕੋਵਿਡ-19 ਦੇ ਟੀਕੇ ਦੇ ਵਾਸਤੇ ਜਿੰਨੀ ਛੇਤੀ ਹੋ ਸਕਦਾ, ਜਿੰਨੀ ਗਿਣਤੀ ਦੇ ਵਿੱਚ ਲੋਕ ਹੋ ਸਕਦੇ ਨੇ, ਆਨਲਾਈਨ ਰਜਿਸਟਰ ਖੁਦ ਨੂੰ ਕਰ ਸਕਦੇ ਨੇ, ਫੋਨ ਕਰਕੇ ਵੀ ਉਹ ਰਜਿਸਟਰ ਕਰ ਸਕਦੇ ਨੇ। ਇਸ ਦੇ ਵਾਸਤੇ ਜੋ ਸਿਹਤ ਅਧਿਕਾਰੀ ਬੋਨੀ ਹੈਨਰੀ ਨੇ ਜਾਣਕਾਰੀ ਦਿੱਤੀ ਹੈ, ਉਸ ਦੇ ਵਿੱਚ ਉਹਨਾਂ ਨੇ ਇੱਥੇ ਇਹ ਵੀ ਦੱਸਿਆ ਕਿ ਇਸ ਮੌਕੇ ਡੋਰ ਟੂ ਡੋਰ ਵੀ ਲੋਕਾਂ ਤੱਕ ਜਾਣਕਾਰੀ ਪਹੁੰਚਾਈ ਜਾ ਰਹੀ ਹੈ ਤਾਂ ਕਿ ਉਹ ਕੋਵਿਡ-19 ਦੇ ਟੀਕਿਆਂ ਦੇ ਵਾਸਤੇ ਜਲਦੀ ਤੋਂ ਜਲਦੀ ਰਜਿਸਟਰ ਖੁਦ ਨੂੰ ਕਰਵਾ ਲੈਣ। ਸਰੀ ਦੇ ਖੇਤਰ ਦੇ ਵਿੱਚ ਕੋਵਿਡ-19 ਦੇ ਮਾਮਲੇ ਕਾਫੀ ਗਿਣਤੀ ਦੇ ਵਿੱਚ ਪਾਏ ਗਏ, ਇਸੇ ਕਰਕੇ ਸਰੀ ਦੇ ਵਿੱਚ ਕੋਵਿਡ-19 ਦੇ ਟੀਕੇ ਲਗਵਾਉਣ ਦੇ ਵਾਸਤੇ ਜ਼ਿਆਦਾ ਤੋਂ ਜ਼ਿਆਦਾ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜਿਸ ਦੇ ਵਾਸਤੇ ਕਿਹਾ ਜਾ ਰਿਹਾ ਹੈ ਕਿ ਆਪਣੀ ਵਾਰੀ ਜਦੋਂ ਆਉਂਦੀ ਹੈ ਤਾਂ ਟੀਕਾ ਲਗਵਾ ਲਿਆ ਜਾਵੇ, ਪਰ ਰਜਿਸਟਰ ਉਸ ਦੇ ਵਾਸਤੇ ਪਹਿਲਾਂ ਤੋਂ ਕੀਤਾ ਜਾ ਸਕਦਾ ਹੈ। We'll continue to look at those high-risk CHSAs across the province, so not just in Surrey, though a large number of them are here. But what we have learned, of course, is that it's a very different thing to target a community with hundreds of thousands of people versus a community with a few thousand people. So we need to use different strategies to make sure that people are able to get into the clinics in an efficient way. And I know Fraser Health is doing a good job at that, an amazing job of that, just by the numbers of people who have been immunized in the next few days. And you will see that ramped up with a focus on those high-risk communities that we know are here, particularly here in Surrey. They've started today some kiosks to get people registered and some mobile units to get people registered. And for some people, that may mean even a same-day appointment at the clinics that are running efficiently here in the city. So yes, we are continuing to focus on doing what we can to get people immunized as quickly as possible in Surrey. ਉਧਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਵਰਚੁਅਲ ਇਫਤਾਰ ਦੇ ਇਕੱਠ ਦੇ ਵਿੱਚ ਹਿੱਸਾ ਲਿਆ। ਰਮਦਾਨ ਮੌਕੇ ਉਹਨਾਂ ਦੇ ਵੱਲੋਂ ਇਸ ਇਕੱਠ ਦੇ ਵਿੱਚ ਹਿੱਸਾ ਲਿਆ ਗਿਆ, ਜਿਸ ਦੇ ਵਿੱਚ ਕਈ ਲੋਕ ਸਭਾ ਮੈਂਬਰਾਂ ਨੇ ਵੀ ਹਿੱਸਾ ਲਿਆ ਤੇ ਭਾਈਚਾਰੇ ਤੋਂ, ਮੁਸਲਿਮ ਭਾਈਚਾਰੇ ਤੋਂ ਕਾਫੀ ਜ਼ਿਆਦਾ ਮੈਂਬਰਾਂ ਨੇ ਹਿੱਸਾ ਲਿਆ, ਜਿਸ ਦੇ ਵਿੱਚ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਨੇ ਉਸ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਮੌਕੇ ਕੀ ਕਿਹਾ ਉਹ ਤੁਹਾਨੂੰ ਸੁਣਾਉਂਦੇ ਹਾਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਇੱਕ ਇਫਤਾਰ ਦੇ ਇਕੱਠ ਵਿੱਚ ਹਿੱਸਾ ਲਿਆ। ਰਮਦਾਨ ਮੌਕੇ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਵਿੱਚ ਹਿੱਸਾ ਲਿਆ ਤਾਂ ਉਸ ਦੇ ਵਿੱਚ ਕਈ MP ਤੇ ਹੋਰ ਮੁਸਲਿਮ ਭਾਈਚਾਰੇ ਤੋਂ ਵਿਅਕਤੀ ਮੌਜੂਦ ਸਨ, ਜਿਨ੍ਹਾਂ ਦੇ ਵੱਲੋਂ ਆਪਣੇ ਅਨੁਭਵ ਦੇ ਨਾਲ ਹੀ ਰਮਦਾਨ ਦੇ ਬਾਰੇ ਖਾਸ ਗੱਲਾਂ ਸਾਂਝੀਆਂ ਕੀਤੀਆਂ ਗਈਆਂ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਿਹੜੀਆਂ ਗੱਲਾਂ ਕਹੀਆਂ ਉਹ ਤੁਹਾਨੂੰ ਸੁਣਾਉਂਦੇ ਹਾਂ। Salam alaikum. Thank you, Samir, for that introduction. Hello, everyone. Bonjour à tous. A big shout out to you, Samir, and to everyone who helped make this event possible, our Muslim caucus members and everyone on our Liberal team. Over the years, I've joined people for iftars from everywhere, from Papineau to Surrey to Mississauga. But for a second year in a row, you probably haven't been able to go to mosque or get together with family and friends for iftar. But no matter how we gather, the values we're celebrating, peace, compassion, community, will never change. ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਮੁੜ ਤੋਂ ਇੱਕ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੈਲਨੈਸ ਟੂਗੈਦਰ ਜੋ ਵੈਬਸਾਈਟ ਹੈ, ਕੈਨੇਡਾ ਸਰਕਾਰ ਦੀ ਇਸ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਮਦਦ ਲੈ ਸਕਦੇ ਹੋ ਉਸ ਸਮੇਂ ਜਦੋਂ ਕਿਸੇ ਮਾਨਸਿਕ ਤੌਰ ਤੇ ਪਰੇਸ਼ਾਨੀ ਦੇ ਵਿੱਚ ਹੋਵੋ। ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਸ ਸਮੇਂ ਜੋ ਹਾਲਾਤ ਚੱਲ ਰਹੇ ਨੇ ਉਸ ਦੇ ਕਰਕੇ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨੀ ਦੇ ਵਿੱਚੋਂ ਲੰਘ ਰਹੇ ਨੇ। ਕਈਆਂ ਨੂੰ ਅਜਿਹੇ ਹਾਲਾਤ ਦੇ ਵਿੱਚ ਕਾਫੀ ਜ਼ਿਆਦਾ ਦਿੱਕਤ ਦਰਪੇਸ਼ ਹੋ ਰਹੀ ਹੈ, ਜਿਸ ਦੇ ਕਰਕੇ ਉਹਨਾਂ ਨੇ ਕਿਹਾ ਕਿ ਵੈਲਨੈਸ ਟੂਗੈਦਰ ਤੇ ਨਾਲ ਹੀ ਕਿਡਸ ਦੇ ਵਾਸਤੇ ਯਾਨੀ ਕਿ ਬੱਚਿਆਂ ਦੇ ਵਾਸਤੇ ਵੀ ਹੈਲਪਲਾਈਨ ਮੌਜੂਦ ਹੈ, ਜਿਸ ਦੇ ਵਿੱਚ ਮਾਨਸਿਕ ਤੌਰ ਦੇ ਉੱਤੇ ਜੇਕਰ ਪਰੇਸ਼ਾਨ ਹੈ ਕੋਈ ਤਾਂ ਮਦਦ ਲੈ ਸਕਦਾ ਹੈ ਤੇ ਇਹ ਮਦਦ ਹਰ ਸਮੇਂ ਖੁੱਲ੍ਹੀ ਹੈ ਤੇ ਵੱਖੋ ਵੱਖਰੀਆਂ ਭਾਸ਼ਾਵਾਂ ਦੇ ਵਿੱਚ ਮਦਦ ਦਿੱਤੀ ਜਾਂਦੀ ਹੈ।
ਜਿਸ ਦੇ ਵਿੱਚ ਇਸ ਸਮੇਂ ਗੱਲਬਾਤ ਵੀ ਕੀਤੀ ਜਾਂਦੀ ਹੈ ਤੇ ਨਾਲ ਹੀ ਇਹ ਵੀ ਖਾਸ ਤੌਰ ਦੇ ਉੱਤੇ ਇੱਥੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ ਜਿਹੜੀ ਵੀ ਤੁਸੀਂ ਜਾਣਕਾਰੀ ਸਾਂਝੀ ਕਰਦੇ ਹੋ ਤੇ ਆਪਣੀ ਪਰੇਸ਼ਾਨੀ ਸਾਂਝੀ ਕਰਦੇ ਹੋ, ਉਹ ਸਾਰੀ ਜਾਣਕਾਰੀ ਹੈ ਜੋ ਤੁਹਾਡੀ, ਉਹ ਜਿਹੜੇ ਨਿੱਜੀ ਤੁਹਾਡੀ ਜਾਣਕਾਰੀ, ਉਸ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਪ੍ਰਾਈਵੇਸੀ ਦੇ ਤਹਿਤ ਉਹ ਜਾਣਕਾਰੀ ਕਿਸੇ ਹੋਰ ਦੇ ਕੋਲ ਕਦੀ ਪਹੁੰਚ ਨਹੀਂ ਸਕਦੀ। ਇਹ ਸਿਰਫ ਤੁਹਾਨੂੰ ਮਾਨਸਿਕ ਤੌਰ ਦੇ ਉੱਤੇ ਮਦਦ ਦੇਣ ਦੇ ਵਾਸਤੇ ਹੈ। ਵੈਲਨੈਸ ਟੂਗੈਦਰ ਜਦੋਂ ਤੁਸੀਂ ਆਨਲਾਈਨ ਜਾ ਕੇ ਸਰਚ ਕਰੋਗੇ ਤਾਂ ਉੱਥੇ ਤੁਹਾਨੂੰ फ़ोन नंबर भी आ जाएगा तो टैक्सट मैसेज से राही भी जेकर तुसीं गल करना चाहते हो वो भी मौका मिलेगा। तो वक्खो वक्खरे तरीके ने जिस तहत गल की जा सकती है। अजिहे विच तो उधर सरी तो RCMP ने एक होर जानकारी दी है कि उत्थे चिट्ठियां चोरी करन ते नाल ही होर समान चोरी करन दे मामले विच एक व्यक्ति नूं गिरफ्तार किया गया। सरी तो जानकारी सामने आई है जिस दे विच पुलिस ने दस्सिया है कि एक व्यक्ति दे उत्ते कई मामले दर्ज किए गए ने, जिसकी पछाण 27 साला कोडी डॉन मोलिन दे वजों हुई है। दरअसल उसके उत्ते इल्जाम चोरी दे ने, जिस दे वल्लों कई लोकां दीयां चिट्ठियां चोरी कीतियां गईयां, कोई समान भी चोरी किया गया, धमकियां भी दित्तियां गईयां ते उसदे कोल हथियार भी मिलिया, जिसनूं लैके उसदे उत्ते कई मामले दर्ज होए ने। इस दे बारे सरी RCMP ने जानकारी दित्ती है। इस दौरान पुलिस ने दस्सिया कि 4 मई नूं उन्हां नूं एक शिकायत मिली सी कि एक शक्की व्यक्ति 9600 ब्लॉक 122 स्ट्रीट दे उत्ते मौजूद है, जिस तों बाद जानकारी दे आधार दे उत्ते जदों पुलिस अधिकारी मौके दे उत्ते पहुंचे तां उन्हां ने कई वाहनां दे नाल उस व्यक्ति नूं लभण दी कोशिश कीती, जिस तों बाद उन्हां नूं इह भी पता लग्या कि आम लोकां नूं ओह व्यक्ति उस खेतर दे विच धमकियां भी दे रिहा सी। ते फिर कुछ देर बाद ही पुलिस ने उस व्यक्ति नूं गिरफ्तार कर लिया, जिस दे कोलों काफी चोरी कीतियां होईयां चिट्ठियां भी मिलियां जदों उस नूं गिरफ्तार किया गया, जिस तों बाद पुलिस अधिकारियों के वल्लों इस मामले की होर ज्यादा जांच की गई। इस दौरान पुलिस अधिकारियों ने कहा कि जेकर तुहानूं अपने आले दुआले खेतर विच कोई भी शक्की व्यक्ति दिखाई दिंदा है तां उन्हां नूं जरूर इस दे बारे जानकारी दित्ती जावे। इस दौरान उस व्यक्ति के उत्ते तां मामले दर्ज हो गए ने। अगली खबर है कैलगरी तो। कैलगरी दे उत्तर पश्चिमी हिस्से दे विच गोलियां चलण दा मामला सामने आया, जिस दे विच एक व्यक्ति नूं गोलियां लगियां भी ने। 40 साल के करीब उसकी उम्र है, जिससे गोलियां लगियां ने। पुलिस अधिकारियों ने दस्सिया कि वह जख्मी है, जिसनूं हस्पताल दे विच भर्ती करवाया गया। इस दौरान अधिकारियों ने जानकारी दी कि कैलगरी दे विच 2400 ब्लॉक 23 स्ट्रीट नॉर्थ वैस्ट खेतर दे विच यह गोलियां चलण दा मामला सामने आया सी, जिस बारे कैलगरी पुलिस ने यह जानकारी दी है, जिस विच उन्होंने कहा कि मामले की जांच अगे कर रहे हैं। तो उधर कैलगरी के अज पूर्वी खेतर दे विच अग लगन का मामला सामने आया। दरअसल यह घाह नूं अग लगी सी, खाली मैदान सी, पर नेड़ले कुछ घर उन्हां दे उत्ते भी प्रभाव पिया, कई घरां नूं खाली भी करवाना पिया ते काफ़ी देर इस अग ते काबू पाउण दे वास्ते लग गई, जिस विच फायर फाइटर्स दे वल्लों जिहड़ी जानकारी है ਉਹ ਹੁਣ तक ये साझी नहीं की गई आखिर कदों तक इस अग के उत्ते काबू पाया गया। सिर्फ यही दस्सिया गया कि काफ़ी ज़्यादा फैल गई सी अग, जिस करके उस खेतर दे विच काफ़ी ज़्यादा धुआं भी देखण नूं मिलिया, जिस दे करके जो चेतावनी भी जिथे लोग रहिंदे ने उन्हां नूं दित्ती गई ते नेड़ले कई घर भी खाली करवाए गए। इस दौरान जो शुरुआती विच जानकारी सामने आ रही सी उस विच ये भी कहा गया सी कि कई घरां नूं भी नुकसान पहुंचे अग दे करके, पर इस बारे पुष्टि अधिकारियों ने हजे नहीं की है। इस उत्ते जिहड़ी भी कोई अपडेट आएगी तुहानूं दस्सांगे। इस नास्ते लई खबरां, मैनूं दिओ इजाज़त। सत श्री अकाल।